जाकै हृदय विश्वास प्रभ आया, तत् ज्ञान तिस मन प्रगटाया। ਜਦੋਂ ਬੰਦੇ ਦੇ ਹਿਰਦੇ ਦੇ ਵਿੱਚ ਵਿਸ਼ਵਾਸ ਆ ਜਾਂਦਾ ਹੈ, ਪਰਮਾਤਮਾ ਦੇ ਪ੍ਰਤੀ ਸ਼ਰਧਾ ਆ ਜਾਂਦੀ ਆ, ਤਾਂ ਗਿਆਨ ਦਾ ਸਾਰਾ ਤੱਤ ਉਹਦੇ ਅੰਦਰ ਸਮਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਅਸਲ ਦੇ ਵਿੱਚ ਬੰਦੇ ਨੂੰ ਉਹਦੀ ਕੀਮਤ ਦਾ ਅੰਦਾਜ਼ਾ ਨਹੀਂ ਕਿ ਉਹ ਹੈ ਕੀ ਆ। ਅਸੀਂ ਆਪਣੀ ਕੀਮਤ ਦੂਜਿਆਂ ਦੇ ਦੁਆਰਾ ਤੈਅ ਕਰਦੇ ਹਾਂ ਵੀ ਅਸੀਂ ਇੱਥੇ ਇੱਕ ਸਟੈਂਡ ਕਰਦੇ ਹਾਂ। ਕਿਸੇ ਦੂਜੇ ਨੇ ਸਾਨੂੰ ਸਿਆਣਾ ਕਹਿ ਦਿੱਤਾ, ਅਸੀਂ ਉਦੋਂ ਹੀ ਮੰਨਦੇ ਹਾਂ ਕਿ ਅਸੀਂ ਸਿਆਣੇ ਹਾਂ। ਕਿਸੇ ਦੂਜੇ ਨੇ ਸਾਡੀ ਤਾਰੀਫ ਕੀਤੀ, ਕਹਿ ਦਿੱਤਾ ਤੁਸੀਂ ਬੜੇ ਗਿਆਨੀ ਹੋ, ਸੁੰਦਰ ਹੋ, ਖੂਬਸੂਰਤ ਹੋ, ਸੁਹੱਪਣ ਹੈ, ਅਸੀਂ ਆਪਣੇ ਆਪ ਨੂੰ ਉਹ ਮੰਨ ਲੈਂਦੇ ਹਾਂ। ਇੱਥੋਂ ਤੱਕ ਇਹ ਵੀ ਆ, ਕੋਈ ਮਾੜਾ ਕਹਿ ਦਵੇ ਸਾਨੂੰ, ਅਸੀਂ ਗੁੱਸੇ 'ਚ ਆ ਜਾਂਦੇ ਹਾਂ। ਅਸੀਂ ਸਮਝਦੇ ਹਾਂ ਜੋ ਦੂਜੇ ਕਹਿੰਦੇ ਨੇ ਅਸੀਂ ਉਹ ਹਾਂ, ਪਰ ਸੰਤ ਸੰਗਤ ਰਾਮ ਹਿਰਦੈ ਵਸਾਈ। ਪਰ ਤੁਹਾਡੀ ਅਸਲ ਕੀਮਤ ਜਿਹੜੀ ਆ ਉਹ ਕੁਝ ਹੋਰ ਆ। ਉਹਨੂੰ ਤੁਸੀਂ ਹਜੇ ਪਛਾਣਿਆ ਨਹੀਂ, ਜਾਣਿਆ ਨਹੀਂ। ਉਹ ਸੰਗਤ ਵਿੱਚ ਆ ਕੇ ਪਤਾ ਲੱਗਦੀ ਆ। ਕਿਉਂਕਿ ਪਰਮਾਤਮਾ ਨਾਲ ਜਿੰਨੇ ਵੀ ਜੀਆਂ ਨੂੰ ਧਰਤੀ 'ਤੇ ਭੇਜਦਾ, ਦੇਖੋ ਉਹ ਤਾਂ ਹੀ ਭੇਜਦਾ ਵਾ। ਉਹ ਨਿਰਾਸ਼ ਨਹੀਂ ਹੋ ਰਿਹਾ ਬੰਦੇ ਤੋਂ। ਉਹ ਕਹਿੰਦਾ ਤੂੰ ਜਾ ਦੁਨੀਆ 'ਤੇ, ਮੈਂ ਤੈਨੂੰ ਫਿਰ ਮੌਕਾ ਦੇਵਾਂਗਾ, ਫਿਰ ਮੌਕਾ ਦੇਵਾਂਗਾ। ਇੰਨੀਆਂ ਰੂਹਾਂ ਦਾ ਆਉਣਾ ਇਹ ਗੱਲ ਦਾ ਸਬੂਤ ਆ ਪਰਮਾਤਮਾ ਇਨਸਾਨ ਤੋਂ ਹਜੇ ਨਿਰਾਸ਼ ਨਹੀਂ ਹੋਇਆ। ਤੇ ਇੱਕ ਹੋਰ ਬੜੀ ਗਹਿਰੀ ਗੱਲ ਹੈ, ਮੈਂ ਇੱਕ ਪੁਸਤਕ ਪੜ੍ਹੀ ਸੀ, ਡਾਕਟਰ ਜੋਸਫ ਮਰਫੀ ਦੀ ਆ, ਬੜੀ ਸੁੰਦਰ ਹੈ ਇਹ ਪੁਸਤਕ। ਉਹਦੇ ਵਿੱਚ ਇੱਕ ਗੱਲ ਲਿਖੀ ਆ, ਕਹਿੰਦੇ ਦੇਖੋ ਜਦੋਂ ਆਪਾਂ ਮਾਂ ਦੇ ਗਰਭ ਦੇ ਵਿੱਚ ਹੁੰਦੇ ਆ ਬਹੁਤ ਵੱਡੇ ਭਾਗ ਹੁੰਦੇ ਆ, ਕਿਉਂਕਿ ਬਹੁਤ ਰੂਹਾਂ ਨੇ ਇਸ ਦੇਹੀ ਕੋ ਸਿਮਰੈ ਦੇਵ। ਗੁਰੂ ਸਾਹਿਬ ਜੀ ਕਹਿੰਦੇ ਨੇ ਬਹੁਤ ਰੂਹਾਂ ਨੇ ਜਿਹੜੀਆਂ ਜਨਮ ਲੈਣਾ ਚਾਹੁੰਦੀਆਂ ਨੇ, ਪਰ ਉਹਨਾਂ ਦਾ ਜਨਮ ਨਹੀਂ ਹੋ ਰਿਹਾ। ਬੰਦੇ ਨੂੰ ਜੇ ਆਪਦੀ ਕੀਮਤ ਦਾ ਅਹਿਸਾਸ ਹੋਵੇ, ਅਸੀਂ ਮਾਂ ਦੇ ਗਰਭ ਦੇ ਵਿੱਚ ਆਏ, ਇਦੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਕਈ ਰੂਹਾਂ ਜਨਮ ਲੈਣਾ ਚਾਹੁੰਦੀਆਂ ਨੇ ਪਰ ਲੈ ਨਹੀਂ ਪਾ ਰਹੀਆਂ, ਭਟਕਦੀਆਂ ਨੇ, ਫਿਰਦੀਆਂ ਨੇ। ਫਿਰ ਜਿਹੜੇ ਗਰਭ ਦੇ ਵਿੱਚ ਆ ਰਹੇ ਨੇ, ਕੀ ਉਹ ਸਾਰੇ ਹੀ ਜਨਮ ਲੈ ਰਹੇ ਨੇ? ਨਾ, ਕਈਆਂ ਦਾ 3 ਮਹੀਨਿਆਂ ਦੇ ਬਾਅਦ ਗਰਭਪਾਤ ਹੋ ਜਾਂਦਾ ਹੈ, ਗਰਭ ਦੇ ਵਿੱਚ ਹੀ ਉਹ ਖਤਮ ਹੋ ਜਾਂਦੇ ਆ, ਮਾਂ ਦੇ ਪੇਟ ਵਿੱਚ ਖਤਮ ਹੋ ਜਾਂਦੇ ਆ। ਕਈ 7 ਮਹੀਨਿਆਂ ਬਾਅਦ, ਕਈ 8 ਬਾਅਦ। ਵੱਡੇ ਭਾਗਾਂ ਦੇ ਨਾਲ ਇਹ ਦੁਨੀਆ ਦੇਖਣ ਨੂੰ ਮਿਲਦੀ ਆ, ਵੱਡੇ ਭਾਗਾਂ ਦੇ ਨਾਲ। ਪਰਮਾਤਮਾ ਨੇ ਤੁਹਾਨੂੰ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ। ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਤਾਂ ਤੁਹਾਡੀ ਜਿਹੜੀ ਕੀਮਤ ਹੈ ਉਹਨੂੰ ਤੁਸੀਂ ਇਸ ਪ੍ਰਕਾਰ ਜਾਣੋ ਕਿ ਮਾਂ ਦੇ ਉਦਰ ਦੇ ਵਿੱਚ ਤੁਸੀਂ ਆਏ, ਆਪਾਂ ਫਿਰ ਸਾਡਾ ਵਿਕਾਸ ਵੀ ਹੋਇਆ, ਇਸ ਧਰਤੀ 'ਤੇ ਆ ਕੇ ਅਸੀਂ ਸਾਹ ਲਏ। ਇਹ ਸਭ ਤੋਂ ਵੱਡੀ ਸਾਡੀ ਕੀਮਤ ਆ ਕਿ ਪਰਮਾਤਮਾ ਨੇ ਸਾਨੂੰ ਇਸ ਕੰਮ ਲਈ ਚੁਣਿਆ ਕਿ ਅਸੀਂ ਇਸ ਧਰਤੀ 'ਤੇ ਆਏ ਹਾਂ। ਨਹੀਂ, ਬਹੁਤੀ ਦੁਨੀਆ ਕੀ ਆ, ਉਹਦੇ ਵਿੱਚ ਜਿਹੜੀਆਂ ਰੂਹਾਂ ਨੇ ਉਹ ਚਾਹੁੰਦੀਆਂ ਨੇ ਇਸ ਦੇਹੀ ਕੋ ਸਿਮਰੈ ਦੇਵ, ਜਨਮ ਲੈਣਾ, ਪਰ ਉਹਨਾਂ ਨੂੰ ਮਾਂ ਦੀ ਕੁੱਖ ਨਹੀਂ ਮਿਲ ਰਹੀ। ਜੇ ਮਿਲ ਜਾਂਦੀ ਆ ਤਾਂ ਉਹ ਗਰਭ ਦੇ ਵਿੱਚ ਗਲ ਜਾਂਦੇ ਨੇ। ਤਾਂ ਜੇ ਇਸ ਧਰਤੀ 'ਤੇ ਆਏ ਹਾਂ ਤਾਂ ਆਪਣੀ ਕਦਰ, ਆਪਣੀ ਵੈਲਿਊ ਸਾਨੂੰ ਸਮਝਣੀ ਚਾਹੀਦੀ ਆ ਕਿ ਸਾਡੀ ਵੈਲਿਊ ਕੀ ਆ, ਸਾਡੀ ਕੀਮਤ ਕੀ ਆ, ਅਸਲ ਕੀਮਤ ਤੁਹਾਡੀ ਕੀ ਆ। ਇਹਦਾ ਅੰਦਾਜ਼ਾ ਕੋਈ ਦੂਜਾ ਨਹੀਂ ਲਗਾ ਸਕੇਗਾ। ਹਾਂ, ਉਹ ਲਾ ਸਕਦਾ ਜਿਹੜਾ ਪਾਰਖੂ ਆ, ਜਿਹਨੂੰ ਪਰਖ ਆ ਇਸ ਮਨੁੱਖਾ ਦੇਹੀ ਦੀ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਜੋ ਬਨ ਫਲ ਪਾਕੇ ਭੋਏ ਗਿਰੇ, ਬੌਰ ਨਾ ਲਾਗੇ ਡਾਰ।
ਜਿਵੇਂ ਟਹਿਣੀ ਦੇ ਉੱਪਰੋਂ ਕਬੀਰ ਸਾਹਿਬ ਜੀ ਕਹਿੰਦੇ ਫਲ ਡਿੱਗ ਕੇ ਜ਼ਮੀਨ ਤੇ ਡਿੱਗ ਪੈਂਦਾ ਟੁੱਟ ਕੇ, ਦੁਬਾਰਾ ਟਾਹਣੀ ਨਾਲ ਨਹੀਂ ਲੱਗ ਸਕਦਾ। ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ, ਤੈਨੂੰ ਵਾਰ-ਵਾਰ ਨਹੀਂ ਮਿਲਣੀ। ਇਹ ਮਾਨਸ ਦੇਹੀ, ਇਹ ਮਾਨਸ ਦੇਹੀ ਜਿਹਨੇ ਦਿੱਤੀ ਆ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਇਵੇਂ ਗਰੜ ਪੰਛੀ ਆ ਜਿਹੜਾ ਪੰਛੀਆਂ ਦਾ ਸਰਦਾਰ ਆ, ਬਹੁਤ ਵੱਡਾ ਪੰਛੀ ਆ, ਇਹਨੇ ਵੀ ਰੱਬ ਦਾ ਅੰਤ ਨਹੀਂ ਪਾਇਆ। ਸਰੀਰ ਕਰਕੇ ਬਜਰੰਗ ਬਲੀ ਜਿਹਨੂੰ ਕਿਹਾ ਜਾਂਦਾ, ਹਨੂਮਾਨ ਸਰ ਗਰੜ ਸਮਾਨਾ। ਉਹ ਹਨੂਮਾਨ ਜਿਹੜਾ ਬਜਰੰਗ ਬਲੀ ਆ, ਬੜਾ ਸ਼ਕਤੀਸ਼ਾਲੀ ਆ ਯੋਧਾ, ਉਹਨੇ ਵੀ ਅੰਤ ਨਹੀਂ ਪਾਇਆ। ਸੁਰਪਤ ਨਰਪਤ ਨਹੀਂ ਗੁਣ ਜਾਨਾ। ਕਬੀਰ ਸਾਹਿਬ ਜੀ ਕਹਿੰਦੇ ਧਰਤੀ ਦੇ ਰਾਜੇ ਤੇ ਸਵਰਗਾਂ ਦੇ ਰਾਜੇ, ਇਹਨਾਂ ਨੇ ਵੀ ਪ੍ਰਮਾਤਮਾ ਦੇ ਗੁਣਾਂ ਨੂੰ ਜਾਣਿਆ ਨਹੀਂ। ਚਾਰ ਵੇਦ ਅਰ ਸਿਮਰਤ ਪ੍ਰਾਨਾ, ਚਾਰਾਂ ਵੇਦਾਂ ਨੇ, ਸਿਮਰਤੀਆਂ ਨੇ, ਪੁਰਾਣਾਂ ਨੇ ਵੀ ਸਹੀ ਤਰ੍ਹਾਂ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ ਪ੍ਰਮਾਤਮਾ ਦਾ। ਕਿਹਾ ਹੈ ਪ੍ਰਮਾਤਮਾ ਦੇ ਸੰਬੰਧ ਵਿੱਚ, ਪਰ ਅੰਤ ਨਹੀਂ ਪਾਇਆ ਹੈ। ਕਮਲਾ ਪਤ ਵਿਸ਼ਨੂੰ ਕਵਲਾ ਨਹੀਂ ਜਾਨਾ। ਵਿਸ਼ਨੂੰ ਦੀ ਪਤਨੀ ਮਾਇਆ, ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਇਆ ਹੈ। ਸੰਤ ਸੰਗਤ ਰਾਮ ਹਿਰਦੈ ਵਸਾਈ, ਮੈਂ ਅੰਤ ਨਹੀਂ ਲੱਭਦਾ ਤੇਰਾ, ਮੈਂ ਤਾਂ ਸੰਗਤ ਵਿੱਚ ਆ ਕੇ ਤੈਨੂੰ ਵਾਹਿਗੁਰੂ ਵਾਹਿਗੁਰੂ ਕਹਿਣਾ ਹਾਂ। ਮੈਂ ਅੰਤ ਨਹੀਂ ਪਾਉਣਾ, ਮੈਂ ਤਾਂ ਬੇਅੰਤ ਦੇ ਵਿੱਚ ਲੀਨ ਹੋਣ ਆਇਆ ਹਾਂ। ਇਹ ਬੰਦੇ ਦੀ ਅਸਲ ਕੀਮਤ ਹੈ। ਤਾਂ ਕਹਿਣ ਦਾ ਭਾਵ ਇਹ ਆ, ਕਈ ਵਾਰ ਅਸੀਂ ਦੁਨੀਆ ਦੇ ਵਿੱਚ ਇਹੋ ਜਿਹੇ ਬੰਦਿਆਂ ਨਾਲ ਮਿਲਦੇ ਹਾਂ ਜਿਹੜੇ ਸਾਨੂੰ ਕਹਿੰਦੇ ਨੇ ਤੇਰਾ ਕੁਝ ਨਹੀਂ ਹੋ ਸਕਦਾ, ਤੇਰੀ ਕੋਈ ਕੀਮਤ ਨਹੀਂ ਹੈਗੀ। ਤਾਂ ਉਦੋਂ ਜਾਣਨਾ, ਆਪਣੇ ਆਪ ਨੂੰ ਫਰਸਟਰੇਟ ਨਾ ਹੋ ਜਾਣਾ, ਨਿਰਾਸ਼ ਨਾ ਹੋ ਜਾਣਾ ਜ਼ਿੰਦਗੀ ਤੋਂ ਕਿ ਮੈਂ ਐਵੇਂ ਆ, ਇਹਨਾਂ ਨੇ ਮੈਨੂੰ ਕਹਿਤਾ ਤੇ ਮੈਂ ਮੰਨ ਲਾਂ। ਨਹੀਂ, ਤੁਹਾਡੀ ਕੀਮਤ ਦਾ ਅੰਦਾਜ਼ਾ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਹੋ। ਤੁਹਾਡੇ ਦੋਸਤ ਤੁਹਾਨੂੰ ਚੰਗਾ ਚੰਗਾ ਕਹਿ ਸਕਦੇ ਆ, ਕਹਿ ਦਿੰਦੇ ਆ, ਤੁਸੀਂ ਉਹ ਨਹੀਂ ਹੈਗੇ। ਤੁਹਾਡੇ ਮਿੱਤਰ ਰਿਸ਼ਤੇਦਾਰ ਚੰਗਾ ਕਹਿੰਦੇ ਨੇ, ਤੁਹਾਡੇ ਨੇੜਤਾ ਵਾਲੇ। ਤੁਹਾਡੇ ਦੁਸ਼ਮਣ ਤੁਹਾਨੂੰ ਮਾੜਾ ਮਾੜਾ ਕਹਿੰਦੇ ਨੇ। ਇਸ ਕਰਕੇ ਨਾ ਤਾਂ ਤੁਸੀਂ ਉਹ ਹੋ ਜੋ ਤੁਹਾਡੇ ਦੋਸਤ ਕਹਿ ਰਹੇ ਆ, ਨਾ ਤੁਸੀਂ ਉਹ ਹੋ ਜੋ ਤੁਹਾਡੇ ਦੁਸ਼ਮਣ ਕਹਿ ਰਹੇ ਆ, ਤੁਸੀਂ ਉਹ ਹੋ ਜੋ ਤੁਸੀਂ ਸੋਚਦੇ ਪਏ ਹੋ। ਤੁਹਾਡੀ ਕੀਮਤ ਦਾ ਅੰਦਾਜ਼ਾ ਦੂਜਾ ਨਹੀਂ ਲਗਾ ਸਕਦਾ। ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਹੋ, ਤੇ ਤੁਸੀਂ ਉਸ ਦਿਨ ਇਸ ਨੂੰ ਜਾਣੋਗੇ ਜਿਸ ਦਿਨ ਤੁਸੀਂ ਆਪਣੇ ਆਪ ਦੀ ਪਰਖ ਕਰੋਗੇ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਤਾਂ ਡਾਕਟਰ ਜੋਸੇਫ ਮਰਫੀ ਜੀ ਇੱਕ ਕਹਾਣੀ ਲਿਖਦੇ ਆਪਦੀ ਕਿਤਾਬ ਦੇ ਵਿੱਚ, ਦੀ ਪਾਵਰ ਆਫ ਯੂਅਰ ਸਬਕੌਂਸ਼ੀਅਸ ਮਾਈਂਡ, ਜਾਂ ਹੋਰ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ। ਉਹਨਾਂ ਨੇ ਆਪਣੇ ਜੀਵਨ ਦੀ ਇੱਕ ਘਟਨਾ ਦੱਸੀ ਆ। ਕਹਿੰਦੇ ਕਿ ਮੇਰੇ ਇੱਕ ਮਿੱਤਰ ਸਨ, ਉਹ ਮੇਰੇ ਪਾਸ ਆਏ ਤੇ ਉਹਨਾਂ ਨੇ ਮੈਨੂੰ ਆਪਣੇ ਪੁੱਤਰ ਦੀ ਤੇ ਆਪਣੀ ਕਹਾਣੀ ਸੁਣਾਈ। ਕਹਿੰਦੇ ਮੇਰਾ ਦੋਸਤ ਜਿਹੜਾ ਸੀ ਆਪਦੇ ਪੁੱਤਰ ਨੂੰ ਕਹਿਣ ਲੱਗਾ, ਪੁੱਤਰ ਦੇਖ, ਮੈਂ ਇੱਕ ਚੀਜ਼ ਤੇਰੇ ਵਾਸਤੇ ਸਾਂਭ ਕੇ ਰੱਖੀ ਆ। ਉਹ ਪਹਿਲਾਂ ਮੇਰੇ ਪਿਤਾ ਜੀ ਨੂੰ, ਉਹਨਾਂ ਦੇ ਪਿਤਾ ਜੀ ਨੇ ਦਿੱਤੀ ਸੀ, ਮੇਰੇ ਪਿਤਾ ਜੀ ਨੇ ਮੈਨੂੰ ਦਿੱਤੀ ਆ, ਮੈਂ ਅੱਜ ਤੈਨੂੰ ਦੇ ਰਿਹਾ। ਕੀ ਸੀ ਉਹ? ਇੱਕ ਘੜੀ ਸੀ, ਪੁਰਾਣੀ ਘੜੀ, ਜਿਹੜੀ ਬਹੁਤ ਜ਼ਿਆਦਾ ਪੁਰਾਣੀ, ਕਿਉਂਕਿ ਪਿਛਲੋਂ ਪੀੜ੍ਹੀ ਦਰ ਪੀੜ੍ਹੀ ਚੱਲ ਕੇ ਆਈ ਸੀ, ਅੱਗੇ ਦੀ ਅੱਗੇ। ਕਈ ਜਿਵੇਂ ਆਪਾਂ ਬਜ਼ੁਰਗਾਂ ਦੀਆਂ ਪੁਰਾਤਨ ਚੀਜ਼ਾਂ ਸੰਭਾਲਦੇ ਆ, ਕਹਿੰਦੇ ਆਹ ਲੈ ਤੂੰ ਇਹ ਘੜੀ ਰੱਖ ਲਾ, ਜੇ ਤੇਰਾ ਦਿਲ ਕਰਿਆ ਕਰੂ ਤੇ ਇਹਨੂੰ ਬੰਨ੍ਹ ਲਿਆ ਕਰੀ, ਨਹੀਂ ਇਹਨੂੰ ਸੰਭਾਲ ਕੇ ਰੱਖ ਲਈ, ਪਰ ਵੇਚੀ ਨਾ ਇਹਨੂੰ, ਇਸ ਘੜੀ ਨੂੰ ਤੂੰ ਵੇਚੀ ਨਾ ਕਦੇ। ਤਾਂ ਉਹ ਹੱਸ ਪਿਆ ਪੁੱਤਰ, ਕਹਿਣ ਲੱਗਾ, ਕਹਿੰਦਾ ਜੀ ਵੇਚ ਕੇ ਇਹਦਾ ਕੀ ਮਿਲਣਾ ਹੈ? ਪਹਿਲੀ ਗੱਲ ਤਾਂ ਮੈਂ ਵੇਚਾਂਗਾ ਨਹੀਂ, ਕੋਈ ਖਰੀਦੇਗਾ ਨਹੀਂ ਇਹਨੂੰ। ਇੰਨੀ ਪੁਰਾਣੀ ਘੜੀ ਨੂੰ ਕਿਹਨੇ ਖਰੀਦਣਾ? ਕੌਣ ਆ ਜਿਹੜਾ ਇਹਨੂੰ ਖਰੀਦੂਗਾ? ਤੇ ਦੂਜੀ ਗੱਲ, ਜੇ ਵਿਕੂਗੀ ਨਾ ਤੇ ਬਹੁਤ ਸਸਤੀ ਵਿਕੂਗੀ, ਇੰਨੇ ਕੁ ਪੈਸਿਆਂ ਦਾ ਮੈਂ ਕੀ ਕਰਨਾ? ਫੌਰਨ ਦੀ ਘਟਨਾ ਹੈ, ਕੁਝ ਡਾਲਰ ਮਿਲ ਜਾਣਗੇ, $1-2, ਮੈਂ ਉਹਦਾ ਕਰਨਾ ਵੀ ਕੀ ਆ?
ਤਾਂ ਪਿਤਾ ਕਹਿੰਦਾ ਜੇ ਇਹ ਗੱਲ ਹੈ ਨਾ, ਚੱਲ ਆਪਾਂ ਹੁਣੇ ਹੀ ਬਾਜ਼ਾਰ ਦੇ ਵਿੱਚ ਜਾਂਦੇ ਆ, ਇਹਦੀ ਕੀਮਤ ਲਵਾਉਂਦੇ ਆ ਵੀ ਕਿੰਨੀ ਕੁ ਕੀਮਤੀ ਆ। ਗਏ, ਘੜੀ ਸਾਜ ਦੇ ਕੋਲ ਚਲੇ ਗਏ, ਜਿਹੜਾ ਘੜੀਆਂ ਦੀ ਰਿਪੇਅਰ ਕਰਦਾ ਸੀ ਉਹਨੂੰ ਜਾ ਕੇ ਘੜੀ ਦਿਖਾਈ। ਕਹਿਣ ਲੱਗਾ ਮੈਂ ਤਾਂ ਇਹਦੇ $5 ਦੇ ਸਕਦਾ, ਇਹ ਬੜੀ ਪੁਰਾਣੀ ਘੜੀ ਆ, $5 ਸਿਰਫ। ਤੇ ਪੁੱਤਰ ਹੱਸ ਪਿਆ, ਕਹਿੰਦਾ ਦੇਖਿਆ ਪਿਤਾ ਜੀ, ਮੈਂ ਤੁਹਾਨੂੰ ਕੀ ਆਖਿਆ ਸੀ। ਪਿਤਾ ਕਹਿਣ ਲੱਗਾ ਹਜੇ ਤੂੰ ਉਡੀਕ ਕਰ, ਕਿਉਂਕਿ ਇਹਨੂੰ ਇਹਦੀ ਅਸਲ ਕੀਮਤ ਦਾ ਮੈਨੂੰ ਲੱਗਦਾ ਨਹੀਂ ਪਤਾ। ਅੱਗੇ ਗਏ, ਅੱਗੇ ਇੱਕ ਵਪਾਰੀ ਬੰਦਾ ਸੀ, ਉਹ ਪੁਰਾਣੀਆਂ ਚੀਜ਼ਾਂ ਰੱਖਦਾ ਹੁੰਦਾ ਸੀ, ਉਹਦੇ ਬਦਲੇ ਦੇ ਵਿੱਚ ਪੈਸੇ ਦੇ ਦਿੰਦਾ ਹੁੰਦਾ ਸੀ। ਉਹਨੂੰ ਲਿਜਾ ਕੇ ਦਿਖਾਈ, ਉਹ ਕਹਿਣ ਲੱਗਾ, ਕਹਿੰਦਾ ਇਹਦੀ ਕੋਈ ਜ਼ਿਆਦਾ ਮੈਂ ਕੀਮਤ ਨਹੀਂ ਦੇ ਸਕਦਾ, ਇਹ ਤਾਂ ਕਬਾੜ ਦੇ ਪਾਈ ਜਾਊਗੀ, ਬੜੀ ਪੁਰਾਣੀ ਘੜੀ ਆ, ਇਹਦਾ ਕਿਸੇ ਨੇ ਕੀ ਦੇਣਾ, ਮੈਂ ਕੁਝ ਨਹੀਂ ਦੇ ਸਕਦਾ, $1 ਵੀ ਮਸਾਂ ਮੁਸ਼ਕਲ ਦੇ ਨਾਲ ਤੁਹਾਨੂੰ ਦੇਵਾਂਗਾ। ਤਾਂ ਫਿਰ ਅੱਗੇ ਜਾਂਦੇ ਨੇ, ਅੱਗੇ ਇੱਕ ਮਿਊਜ਼ੀਅਮ ਦਾ ਮਾਲਕ ਆ, ਜਿਹਦੇ ਵਿੱਚ ਪੁਰਾਤਨ ਚੀਜ਼ਾਂ, ਵਿਰਾਸਤੀ ਚੀਜ਼ਾਂ ਸੰਭਾਲ ਕੇ ਰੱਖੀਆਂ ਜਾਂਦੀਆਂ ਨੇ। ਉਹ ਮਾਲਕ ਨੂੰ ਮਿਲਦੇ ਨੇ, ਪਿਤਾ ਤੇ ਪੁੱਤਰ, ਕਹਿੰਦੇ ਜੀ ਇਹ ਘੜੀ ਦੀ ਕੀਮਤ ਕੀ ਆ, ਦੱਸੋ। ਤਾਂ ਉਹ ਕਹਿਣ ਲੱਗਾ, ਮਿਊਜ਼ੀਅਮ ਦਾ ਜਿਹੜਾ ਮਾਲਕ ਸੀ, ਕਹਿੰਦੇ ਜੀ ਇਹ ਘੜੀ ਮੈਂ ਤਾਂ ਆਪਦੇ ਚੰਗੇ ਭਾਗ ਸਮਝਦਾ ਤੁਸੀਂ ਲੈ ਕੇ ਆਏ ਹੋ, ਇਹਦੇ ਬਦਲੇ ਦੇ ਵਿੱਚ ਕਈ ਲੱਖ ਡਾਲਰ ਮੈਂ ਤੁਹਾਨੂੰ ਦੇ ਸਕਦਾ ਹਾਂ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਹੁਣ ਮਿਲਦੀਆਂ ਨਹੀਂ, ਪੁਰਾਤਨ, ਇਹਨਾਂ ਨੂੰ ਅਸੀਂ ਮਿਊਜ਼ੀਅਮ ਦੇ ਵਿੱਚ ਰੱਖਾਂਗੇ, ਲੋਕ ਆਉਣਗੇ, ਟਿਕਟ ਲੱਗੇਗੀ, ਇਹਨਾਂ ਨੂੰ ਦੇਖਣਗੇ, ਇਵੇਂ ਸਾਡੇ ਪੈਸੇ ਪੂਰੇ ਹੋ ਜਾਂਦੇ ਨੇ, ਪਰ ਇਹੋ ਜਿਹੀਆਂ ਚੀਜ਼ਾਂ ਸਾਨੂੰ ਕਿੱਥੇ ਮਿਲਦੀਆਂ ਨੇ, ਲਿਆਓ ਮੈਨੂੰ ਇਹ ਘੜੀ ਦਵੋ ਤੇ ਕਈ ਲੱਖ ਰੁਪਈਏ ਮੈਂ ਤੁਹਾਨੂੰ ਦੇ ਸਕਦਾ ਹਾਂ। ਤਾਂ ਫਿਰ ਪਿਤਾ ਬਹੁਤ ਖੁਸ਼ ਹੋਇਆ, ਪੁੱਤਰ ਦੇਖ ਰਿਹਾ ਇਹ ਕੀ ਹੋ ਗਿਆ। ਤਾਂ ਉਹ ਬਹੁਤ ਲੱਖਾਂ ਡਾਲਰ ਲੈ ਕੇ ਉਹ ਘੜੀ ਵੇਚ ਕੇ ਮਿਊਜ਼ੀਅਮ ਦੇ ਮਾਲਕ ਨੂੰ ਵਾਪਸ ਆ ਜਾਂਦੇ ਨੇ। ਤੇ ਪਿਤਾ ਉਹਦੇ ਪੁੱਤਰ ਨੂੰ ਕਹਿੰਦਾ, ਸਮਝਾਉਂਦਾ, ਕਹਿੰਦਾ ਦੇਖ ਪੁੱਤਰ, ਘੜੀ ਭਾਵੇਂ ਪੁਰਾਣੀ ਸੀ, ਉਹ ਮੇਰੇ ਪਿਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਦਿੱਤੀ, ਮੈਂ ਤੈਨੂੰ ਦੇ ਰਿਹਾ ਸੀ, ਪਰ ਤੂੰ ਇਹਦੀ ਕੀਮਤ ਨਹੀਂ ਜਾਣੀ, ਤੂੰ ਕਿਹਾ ਵੀ ਇਹਦਾ ਕੋਈ ਮੁੱਲ ਨਹੀਂ, ਇੰਨੀ ਪੁਰਾਣੀ ਘੜੀ। ਉਹ ਘੜੀ ਸਾਜ਼ ਉਹਨੇ ਮੁੱਲ ਪਤਾ ਕਿਉਂ ਨਹੀਂ ਪਾਇਆ ਇਹਦਾ, ਉਹ ਬਰੀਕੀ ਨਾਟੀ ਦੇਖ ਸਕਦਾ, ਘੜੀ ਦੇ ਅੰਦਰਲੀਆਂ ਚੀਜ਼ਾਂ ਦੇਖ ਸਕਦਾ, ਪਰ ਉਹਨੂੰ ਬਾਹਰਲਾ ਨਹੀਂ ਪਤਾ ਵੀ ਇਹ ਕਿੰਨੀ ਕੀਮਤੀ ਆ। ਫਿਰ ਆਪਾਂ ਵਪਾਰੀ ਕੋਲੇ ਗਏ, ਉਹਨੂੰ ਵੀ ਇਹਦੀ ਕੀਮਤ ਦਾ ਨਹੀਂ ਸੀ ਪਤਾ। ਫਿਰ ਉਹ ਮਿਊਜ਼ੀਅਮ ਦੇ ਮਾਲਕ ਨੂੰ ਪਤਾ ਸੀ ਇਹਦੀ ਅਸਲ ਕੀਮਤ ਕੀ ਆ। ਤੇਰੀ ਵੀ ਉਸ ਦਿਨ ਕੀਮਤ ਪਵੇਗੀ ਜਿਸ ਦਿਨ ਤੈਨੂੰ ਉਹ ਬੰਦੇ ਮਿਲਣਗੇ ਜਿਹੜੇ ਤੇਰੇ ਗੁਣਾਂ ਬਾਰੇ ਜਾਣਨਗੇ। ਤੈਨੂੰ ਬਹੁਤ ਬੰਦੇ ਮਿਲਣਗੇ, ਕਹਿਣਗੇ ਤੂੰ ਕੁਝ ਵੀ ਨਹੀਂ ਹੈਗਾ, ਕੱਖ ਵੀ ਨਹੀਂ ਹੈਗਾ, ਤੈਨੂੰ ਕੁਝ ਨਹੀਂ ਆਉਂਦਾ। ਇਸ ਕਰਕੇ ਤੂੰ ਉਦੋਂ ਨਿਰਾਸ਼ ਨਾ ਹੋਵੀਂ, ਫਰਸਟਰੇਟ ਨਾ ਹੋ ਜਾਵੀਂ, ਜ਼ਿੰਦਗੀ ਤੋਂ ਹੀਣ ਭਾਵਨਾ ਦਾ ਸ਼ਿਕਾਰ ਨਾ ਹੋ ਜਾਵੀਂ। ਇਹ ਨਾ ਸੋਚਣ ਲੱਗ ਜੀ ਮੇਰਾ ਕੁਝ ਹੋ ਨਹੀਂ ਸਕਦਾ, ਮੇਰਾ ਕੁਝ ਬਣ ਨਹੀਂ ਸਕਦਾ। ਤਾਂ ਉਹ ਬੰਦੇ ਨੂੰ ਤੇਰੀ ਕੀਮਤ ਦਾ ਹਜੇ ਨਹੀਂ ਪਤਾ, ਅੱਗੇ ਵਧੀ, ਹੀਣ ਭਾਵਨਾ ਦਾ ਸ਼ਿਕਾਰ ਨਾ ਹੋਵੀਂ। ਇਸ ਕਰਕੇ ਉਹ ਪਿਤਾ ਨੇ ਪੁੱਤਰ ਨੂੰ ਸਮਝਾਇਆ ਕਿ ਇਹ ਚੀਜ਼ ਇਵੇਂ ਆ, ਤੇਰੀ ਬੰਦੇ ਦੀ ਕੀਮਤ ਬਹੁਤ ਹੈ। ਜਿਨ੍ਹਾਂ ਨੇ ਜਨਮ ਹੀ ਲੈ ਲਿਆ ਧਰਤੀ ਤੇ ਆ ਕੇ, ਉਹ ਬੰਦੇ ਦੀ ਕੀਮਤ ਥੋੜੀ ਥੋੜੀ ਆ, ਬਹੁਤ ਕੀਮਤ ਆ ਇਨਸਾਨ ਦੀ। ਇਹ ਮਨੁੱਖਾ ਦੇਹੀ ਦੀ, ਇਸ ਦੇਹੀ ਕੋ ਸਿਮਰੈ ਦੇਵ, ਇਹਨੂੰ ਤਾਂ ਦੇਵਤੇ ਵੀ ਮੰਗਦੇ ਨੇ। ਦੇਖੋ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੁ ਪਿਸਾਰੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਨ੍ਹਾਂ ਦੇ ਹਿਰਦੇ 'ਚ ਵਿਸ਼ਵਾਸ ਆ ਗਿਆ ਕਿ ਗੁਰੂ ਤੂੰ ਮਹਾਨ ਆ ਤੇ ਇਹ ਦੇਹ ਦੀ ਕੀਮਤ ਬੜੀ ਆ, ਇਹ ਮਨੁੱਖਾ ਜਨਮ ਦੀ ਕੀਮਤ ਬਹੁਤ ਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੂਨ ਤੇਰੀ ਪਨਹਾਰੀ। ਇਨਹੀ ਕੋ ਸਿਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਮਨੁੱਖਾਂ ਨੂੰ ਤਾਂ ਮਹਾਰਾਜ ਨੇ ਸਰਦਾਰ ਬਣਾਇਆ ਸੀ, ਹੋਰ ਜੂਨੇ ਨੂੰ ਨਹੀਂ ਨਾ ਬਣਾਇਆ, ਬੰਦੇ ਨੂੰ ਬਣਾਇਆ ਸੀ। ਇਸ ਕਰਕੇ ਇਹਦੀ ਕੀਮਤ ਬਹੁਤ ਆ। ਜਿਸ ਦਿਨ ਪਤਾ ਲੱਗੇਗਾ ਕਿ ਬੰਦੇ ਨੂੰ ਇਹਦੀ ਕੀਮਤ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ, ਉਸ ਦਿਨ ਬੰਦਾ ਇਹਦੀ ਕਦਰ ਪਾਉਂਦਾ ਹੈ। ਘਰ ਦੇ ਵਿੱਚ ਮੰਨ ਲਓ ਕੋਈ ਚੀਜ਼ ਪਈ ਆ, ਬੜੀ ਕੀਮਤੀ ਆ,
ਮੰਨ ਲਓ ਮੇਰੀ ਜੇਬ ਦੇ ਵਿੱਚ, ਤੁਹਾਡੀ ਜੇਬ ਵਿੱਚ ਹੀਰਾ ਪਾ ਦਿੱਤਾ ਕਿਸੇ ਨੇ, ਉਦਾਹਰਨ ਹੈ, ਸਾਨੂੰ ਨਹੀਂ ਪਤਾ, ਸਾਡੇ ਲਈ ਹੋ ਕੇ ਵੀ ਨਹੀਂ ਹੈਗਾ, ਨਾ ਹੁੰਦਿਆਂ ਵਰਗਾ ਹੀ ਆ। ਘਰ ਦੇ ਵਿੱਚ ਕੋਈ ਚੀਜ਼ ਪਈ ਆ ਕੀਮਤੀ, ਨਾ ਹੁੰਦਿਆਂ ਵਰਗੀ ਹੋਈ ਆ, ਜਦੋਂ ਪਤਾ ਹੀ ਨਹੀਂ ਉਹਦੀ ਕੀਮਤ। ਇਵੇਂ ਕਰਕੇ ਇਹ ਜਿਹੜੀ ਜ਼ਿੰਦਗੀ ਆ ਇਹ ਬੜੀ ਕੀਮਤੀ ਆ। ਗੁਰਸਿੱਖ ਪਿਆਰਿਓ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਬਾਰ ਬਾਰ ਨਹੀਂ ਇਹ ਹੁੰਦਾ ਮਨੁੱਖਾ ਜਨਮ, ਜਿਉਂ ਬਨ ਫਲ ਪਾਕੇ ਭੋਏ ਗ੍ਰਹਿ, ਬੌਰ ਨਾ ਲਾਗੇ ਡਾਰ। ਜਿਵੇਂ ਟਹਿਣੀ ਤੋਂ ਇੱਕ ਫਲ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ, ਮੁੜ ਕੇ ਉਹ ਟਹਿਣੀ ਨਾਲ ਨਹੀਂ ਲੱਗਦਾ। ਕਬੀਰ ਸਾਹਿਬ ਜੀ ਕਹਿੰਦੇ ਐਵੇਂ ਆਪਦੀ ਜ਼ਿੰਦਗੀ ਨੂੰ ਜਾਣੋ, ਵਾਰ-ਵਾਰ ਨਹੀਂ ਮਿਲਣੀ ਤੈਨੂੰ ਇਹ ਮਾਨਸ ਦੇਹੀ, ਮਾਨਸ ਦੇਹੀ, ਵਾਰ-ਵਾਰ ਨਹੀਂ ਮਿਲਣੀ, ਵਾਰ-ਵਾਰ ਨਹੀਂ ਮਿਲੇਗੀ। ਕਿਤੇ ਕਦੋਂ ਦੇਖੋ, ਐਵੇਂ ਤੁਸੀਂ ਵੱਧ ਸਮਝੋਗੇ ਹੋਰ ਵੀ ਤਰੀਕੇ ਨਾਲ, ਜੁਗਤ ਦੇ ਨਾਲ। ਬੜੀਆਂ ਰੂਹਾਂ ਨੇ। ਇੱਕ ਪੁਸਤਕ ਪੜ੍ਹੀ ਸੀ ਸੂਹੇ ਅੱਖਰ ਵਾਲਿਆਂ ਦੀ, ਲਿਖੀ ਹੋਈ ਆ, ਉਹ 'ਚ ਕਵਿਤਾਵਾਂ ਨੇ। ਕਵਿਤਾਵਾਂ ਵੀ ਬੰਦੇ ਨੂੰ ਪੜ੍ਹਨੀਆਂ ਚਾਹੀਦੀਆਂ ਨੇ, ਜਿਵੇਂ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਨੇ। ਤਾਂ ਕਵਿਤਾਵਾਂ ਦੇ ਨਾਲ ਨਾ ਤੁਹਾਨੂੰ ਫਰੇਜ਼ ਮਿਲ ਜਾਂਦੇ ਆ, ਬੋਲਣ ਵਾਸਤੇ ਤੁਹਾਨੂੰ ਅੱਖਰ ਮਿਲ ਜਾਂਦੇ ਆ, ਤੇ ਤੁਹਾਡੀ ਸ਼ਿੰਗਾਰ ਆ ਜਾਂਦਾ ਬੋਲਣ ਦੇ ਵਿੱਚ, ਲਹਿਜੇ ਦੇ ਵਿੱਚ। ਕਹਿੰਦੇ ਇਹ ਦੇਹ ਬੜੇ ਕੰਮ ਦੀ ਚੀਜ਼ ਆ। ਉਹ 'ਚ ਲਿਖਿਆ ਹੂਬਹੂ ਕਵਿਤਾ ਇਵੇਂ ਆ, ਇਹ ਸਰੀਰ ਬੜੇ ਕੰਮ ਦੀ ਚੀਜ਼ ਆ, ਜਦੋਂ ਇਹ ਗਵਾਚ ਜਾਂਦਾ ਦੇਹਾਂ ਇਹਨੂੰ ਲੱਭਣ ਤੁਰ ਜਾਂਦੀਆਂ ਨੇ, ਰੂਹਾਂ ਇਸ ਦੇਹ ਨੂੰ ਲੱਭਣ ਤੁਰ ਜਾਂਦੀਆਂ ਨੇ। ਸਰੀਰ ਇਹ ਦੇਹ ਬੜੇ ਕੰਮ ਦੀ ਚੀਜ਼ ਆ, ਜਦੋਂ ਹੀ ਇਹ ਖੁੱਸਦਾ ਹੈ ਉਦੋਂ ਰੂਹਾਂ ਇਹਨੂੰ ਲੱਭਣ ਤੁਰ ਜਾਂਦੀਆਂ ਨੇ। ਕਿਉਂ ਲੱਭਣ ਤੁਰਦੀਆਂ ਨੇ? ਉਹ ਇਹਦੇ ਬਿਨਾਂ ਭਜਨ ਬੰਦਗੀ ਨਹੀਂ ਕਰ ਸਕਦੀਆਂ, ਇਹਦੇ ਬਿਨਾਂ ਸੰਗਤ ਨਹੀਂ ਕਰ ਸਕਦੀਆਂ, ਇਹਦੇ ਬਿਨਾਂ ਸਿਮਰਨ ਨਹੀਂ ਕਰ ਸਕਦੀਆਂ, ਇਹਦੇ ਬਿਨਾਂ ਗੁਰੂ ਦੇ ਦੀਦਾਰ ਨਹੀਂ ਕਰ ਸਕਦੀਆਂ। ਸੰਤ ਸੰਗਤ ਰਾਮ ਹਿਰਦੈ ਵਸਾਈ, ਹਿਰਦੇ 'ਚ ਨਹੀਂ ਵਸਾ ਸਕਦੀਆਂ। ਇਸ ਕਰਕੇ ਇਦੋਂ ਉੱਪਰ ਕੋਈ ਚੀਜ਼ ਨਹੀਂ। ਉਹ ਕਵੀ ਕਹਿੰਦਾ ਹੈ ਕਿ ਇਦੋਂ ਉੱਪਰ, ਦੇਹ ਤੋਂ ਉੱਪਰ ਕੋਈ ਚੀਜ਼ ਨਹੀਂ। ਕਬੀਰ ਸਾਹਿਬ ਵੀ ਇਹੀ ਕਹਿੰਦੇ ਨੇ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਬਾਰ ਬਾਰ ਥੋੜੀ ਹੁੰਦਾ ਹੈ, ਬਾਰ ਬਾਰ ਥੋੜੀ ਹੁੰਦਾ, ਇੱਕ ਵਾਰ ਮਿਲਦਾ ਮਸਾਂ। ਪਤਾ ਨਹੀਂ ਕਦੋਂ ਬਹੁਤ ਜਨਮ ਬਿਸ਼ਰੇ ਥੇ ਮਾਧੋ, ਪਤਾ ਨਹੀਂ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੁਏ। ਪਤਾ ਹੀ ਨਹੀਂ ਕੀ ਬਣ ਕੇ ਕਈ ਜਨਮ ਪਏ। ਕੀਟ ਪਤੰਗਾ, ਕੀੜੇ ਪਤੰਗੇ ਬਣ ਕੇ ਕਈ ਜਨਮ ਗਜ, ਮੀਨ ਕੁਰੰਗਾ, ਮੱਛੀ ਬਣ ਕੇ ਕਈ ਜਨਮ, ਪੰਖੀ ਸਰਪ ਹੋਇਓ, ਪੰਛੀ ਬਣ ਕੇ, ਸਰਪ ਬਣ ਕੇ ਕਈ ਜਨਮ, ਹੈਵਰ ਬ੍ਰਿਖ ਜੋਇਓ, ਦਰਖਤ ਬਣ ਕੇ। ਪਤਾ ਨਹੀਂ ਕਦੋਂ ਫਿਰ ਆ ਇੱਥੇ ਆਏ ਹਾਂ, ਇਸ ਦੇਹ ਵਿੱਚ, ਮਾਨਸ ਜਨਮ ਦੇ ਵਿੱਚ ਆਏ ਹਾਂ। ਬਹੁਤ ਚਿਰ ਬਾਅਦ ਮਿਲੀ ਆ, ਬੜੀ ਕੀਮਤੀ ਚੀਜ਼ ਆ ਇਹ ਸਰੀਰ, ਬੜੀ ਕੀਮਤੀ ਚੀਜ਼ ਆ। ਪਹਿਲੀ ਗੱਲ ਤਾਂ ਰੂਹਾਂ ਮਹਾਰਾਜ ਕਹਿੰਦੇ ਭਾਲਦੀਆਂ ਨੇ ਵੀ ਸਾਡਾ ਜਨਮ ਹੋ ਜੇ, ਜਨਮ ਹੋ ਜੇ, ਜਨਮ ਹੋ ਜੇ। ਪਰ ਇਹ ਜਦੋਂ ਆਪਾਂ ਗਰਭ ਦੇ ਵਿੱਚ ਆਉਨੇ ਆ ਨਾ, ਉਦੋਂ ਸਾਡੇ ਵੱਡੇ ਭਾਗ ਹੁੰਦੇ ਆ, ਕਿਉਂਕਿ ਇਸ ਧਰਤੀ ਤੇ ਆਉਣ ਦਾ ਅਵਸਰ ਮਿਲਦਾ ਹੈ। ਉਦੋਂ ਬਾਅਦ ਜੇ ਤੁਸੀਂ ਧਿਆਨ ਨਾਲ ਸੋਚੋ, ਜਿਹੜੀਆਂ ਰੂਹਾਂ ਗਰਭ ਦੇ ਵਿੱਚ ਆਉਂਦੀਆਂ ਨੇ, ਕੀ ਉਹ ਸਾਰੀਆਂ ਜਨਮ ਲੈ ਲੈਂਦੀਆਂ ਨੇ? ਨਾ, ਬਿਲਕੁਲ ਵੀ ਨਹੀਂ। 50% ਜਿਹੜੇ ਸਰੀਰ ਨੇ ਉਹ ਗਰਭ ਦੇ ਵਿੱਚ ਗਰਭਪਾਤ ਹੋ ਜਾਂਦਾ ਉਹਨਾਂ ਦਾ, ਜਾਂ ਮਾਂ ਪਿਓ ਵੀ ਰਲ ਮਿਲ ਕੇ ਕਰਵਾ ਦਿੰਦੇ ਨੇ। ਜਿਵੇਂ ਧੀਆਂ ਦਾ ਕੁੱਖ 'ਚ ਕਤਲ ਹੁੰਦਾ, ਜੋ ਹੁੰਦਾ ਰਜਾ 'ਚ ਹੁੰਦਾ ਹੈ, ਜਾਂ ਵੈਸੇ ਹੀ ਬੱਚੇ ਜਿਹੜੇ ਨੇ ਉਹ ਜਨਮ ਨਹੀਂ ਲੈ ਪਾਉਂਦੇ। 50% ਰੂਹਾਂ ਹੀ ਗਰਭ ਦੇ ਵਿੱਚੋਂ ਬਾਹਰ ਆਉਂਦੀਆਂ ਨੇ। ਅਸੀਂ ਉਹ ਹਾਂ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਜਨਮ ਲਿਆ, ਤਾਂ ਇਹਦੀ ਕੀਮਤ ਸਭ ਤੋਂ ਵੱਡੀ ਆ। ਕਿਉਂਕਿ ਜੇ ਇਹ ਨਾ ਹੋਵੇ, ਸੰਗਤ ਨਹੀਂ ਹੋ ਸਕਦੀ। ਮਨੁੱਖਾ ਜਨਮ ਨਾ ਹੋਵੇ ਤੇ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ। ਇਨਹੀ ਕੋ ਸਿਰਦਾਰ ਬਣਾਉ, ਤਬਹਿ ਗੋਬਿੰਦ ਸਿੰਘ ਨਾਮ ਕਹਾਉ। ਇਹ ਐਸੀ ਚੀਜ਼ ਆ, ਮਹਾਰਾਜ ਨੇ ਮਨੁੱਖ ਜਨਮ ਨੂੰ ਸਰਦਾਰ ਬਣਾਇਆ ਸੀ। ਫੇਰ ਹੀ ਕਹਿੰਦੇ ਮੈਂ ਗੋਬਿੰਦ ਕਹਾਉਣਾ, ਜੇ ਇਹ ਜਨਮ, ਇਹ ਜੂਨੀ ਨੂੰ ਮੈਂ ਸਰਦਾਰ ਬਣਾਇਆ।
ਇਸ ਕਰਕੇ ਤੁਸੀਂ ਇਹਦੀ ਕੀਮਤ ਨੂੰ ਜਾਣੋ। ਤੁਹਾਨੂੰ ਬਹੁਤ ਬੰਦੇ ਮਿਲਣਗੇ ਜਿਹੜੇ ਕਹਿਣਗੇ ਤੇਰਾ ਕੁਝ ਨਹੀਂ ਹੋ ਸਕਦਾ। ਜਿਵੇਂ ਉਹ ਘੜੀ ਸੀ, ਮੈਂ ਤੁਹਾਨੂੰ ਕਹਾਣੀ ਸੁਣਾਈ ਹੈ ਨਾ, ਤਾਂ ਉਹਦੀ